ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਿਗੁਰ ਨਾਨਕ ਦਿਓ ਗੁਰਾਂ ਗੁਰ ਹੋਇਆ। ਅੰਗਦ ਅਲਖ ਅਭੇਓ ਸਹਿਜ ਸਮੋਇਆ। ਅਮਰਹੁ ਅਮਰ ਸਮੇਓ ਅਲਖ ਅਲੋਇਆ। ਰਾਮ ਨਾਮ ਅਰਖੇਓ ਅੰਮ੍ਰਿਤ ਚੋਇਆ। ਗੁਰ ਅਰਜਨ ਕਰ ਸੇਓ ਢੋਐ ਢੋਇਆ। ਗੁਰ ਹਰਿ ਗੋਬਿੰਦ ਅਮੇਓ ਬਿਲੋਏ ਬਿਲੋਇਆ। ਸੱਚਾ ਸੱਚ ਸੁਚੇਓ ਸੱਚ ਖਲੋਇਆ। ਆਤਮ ਅਗਹ ਅਗੇਓ ਸ਼ਬਦ ਤਰੋਇਆ। ਗੁਰਮੁਖ ਅਪਾਰ ਭਰੋ ਭਰਮ ਪਉ ਖੋਇਆ। ਗੁਰਮੁਖ ਅਪਾਰ ਭਰੋ ਭਰਮ ਪਉ ਖੋਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कारयोग हाजरा हजूर ज़ाहरा ज़हूर सर्व कला भरपूर समरथ सतगुरु वालिए कुल आलम मुजस्मा सिद्धो सुबाद कोट ब्रह्मंडा दे मालक दीन दयाल पातशाह साहिब सतगुरु श्री गुरु ग्रंथ साहिब महाराज जी की पावन मुकद्दस हजूरी के अंदर रोजाना की तरह शामा वेले के दीवाना की हाजरी कर रहे भागा वाले सत्संगी जनों, सतगुरां दी अपार बख्शिश का सदका पावन हजूरी के अंदर जुड़ करके मालिक जी की अमृतमई बाणी के कीर्तन के नाल गुरु प्यार वालियां पासों सांझ बना रहे सन। उपरंत भाई सर भाई गुरदास जी दियां पवित्र वारां की लड़ीवार विचार के नाल जुड़न का सुभाग समा प्राप्त होया है। इस लड़ी के तहत पिछलेरे दीवाना के अंदर तीजी वार दियां 11 पौड़ियां की विचार आप संतां दे नाल सांझी कीती। अगलेरी 12 नंबर पौड़ी जिसका पाठ आप दियां ने सत्कारयोग भाई साहब पासों श्रवण किया है। तिसदी विचार आप संतां दे नाल सांझी करनी है। आओ विचारां दी आरंभता तो पहला गुरु चरणों के अंदर हाजरी लवाइए। बड़े प्यार ते अदब सहित आखो जी सतनाम श्री वाहिगुरु साहिब जी। वाहिगुरु साहिब जीओ सतगुर नानक देओ गुरां गुर होया। भाई गुरदास जी धन धन साहिब श्री गुरु नानक साहब महाराज सच्चे पातशाह जी की वडियाई करते हैं। मालिक जी की उस्तत करते होया वचन करते ने कहते ओ गुरु नानक साहब महाराज सच्चे पातशाह सतगुर नानक देओ गुरां गुर। ये वो गुरां दे भी गुरु नहीं, गुरुआं दे गुरु नहीं। गुरु नानक साहब महाराज सच्चे पातशाह धन गुरु अर्जन साहब महाराज सच्चे पातशाह बख्शिश करते हैं पावन बाणी के अंदर। मालिक का पावन वचन असीं पढ़ते हैं सब ते वड्डा सतगुर नानक जिन कल राखी मेरी। सारियां तो वड्डा वो मालिक है गुरु नानक साहब महाराज। सारियां तो श्रेष्ठ ने, सारियां तो उत्तम ने। और जदों यही गल भट्ट साहब कहते ने उन्होंने लफ्ज वरत्या है परम। परम गुरु परम का भाव भी होता है सारियां तो उच्चा, सारियां तो श्रेष्ठ। कहते जे उस मालिक दी जिहड़ा सारियां तो उच्चा गुरु है
ਜੇ ਉਹਦੇ ਗੁਣ ਗਾਉਣੇ ਹੋਣ ਤੇ ਸਾਰਿਆਂ ਤੋਂ ਪਹਿਲਾਂ ਸਮਝਣਾ ਪਏਗਾ ਉਸ ਮਾਲਕ ਵਾਹਿਗੁਰੂ ਨੂੰ। ਰੱਬ ਨੂੰ ਸਮਝ ਕਰਕੇ ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗੁਣਾਂ ਨੂੰ ਗਾਇਆ ਜਾ ਸਕਦਾ ਹੈ। ਇੱਕ ਮਨ ਪੁਰਖ ਧਿਆਏ ਵਰ ਦਾਤਾ, ਇੱਕ ਮਨ ਹੋ ਕੇ ਇਹ ਚੇਤਨਤਾ ਦੇ ਨਾਲ ਸੁਰਤ ਨੂੰ ਜੋੜ ਕਰਕੇ ਜਿਸ ਦਿਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਵਾਂਗੇ, ਉਹਨੂੰ ਚੇਤਾ ਕਰਾਂਗੇ, ਉਹਦਾ ਸਿਮਰਨ ਕਰਾਂਗੇ, ਵਰ ਦਾਤਾ ਸਾਰੀਆਂ ਬਖਸ਼ਿਸ਼ਾਂ ਕਰਨ ਵਾਲਾ, ਸਾਰੇ ਵਰ ਦੇਣ ਵਾਲਾ ਉਹ ਮਾਲਕ ਵਾਹਿਗੁਰੂ ਆਪ ਹੈ। ਇੱਕ ਮਨ ਪੁਰਖ ਧਿਆਏ ਵਰ ਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਸਾਰੇ ਸੰਸਾਰ ਦੇ ਅੰਦਰ ਪ੍ਰਗਟ ਹੈ। ਜਿਹੜਾ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ, ਸਾਰਿਆਂ ਦੇ ਅੰਦਰ ਵਸਿਆ ਹੋਇਆ ਹੈ, ਉਹਦੇ ਗੁਣ ਗਾਇਆ ਕਰ। ਸੰਤ ਸਹਾਰ ਜਿਹੜਾ ਸਾਰੇ ਹੀ ਗੁਰਮੁਖਾਂ ਦਾ ਰੱਬੀ ਰਾਹ ਦੇ ਉੱਤੇ ਤੁਰਨ ਵਾਲਿਆਂ ਦਾ ਆਸਰਾ ਹੈ, ਸਾਰੇ ਸੰਸਾਰ ਦੇ ਅੰਦਰ ਪ੍ਰਗਟ ਹੈ। ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੈ ਹਿਰਦੈ ਵਸਾਵੋ। ਜੇਕਰ ਉਹਦੇ ਚਰਨ, ਉਹਦੀ ਵਿਚਾਰਧਾਰਾ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਲਵਾਂ, ਫਿਰ ਜਾ ਕੇ ਕਿਤੇ ਤਉ ਪਰਮ ਗੁਰੂ ਨਾਨਕ ਗੁਣ ਗਾਓ। ਤਾਂ ਉਸ ਪਰਮ ਗੁਰੂ ਜਿਹੜਾ ਸਾਰਿਆਂ ਤੋਂ ਸ੍ਰੇਸ਼ਟ ਹੈ, ਸਾਰਿਆਂ ਤੋਂ ਉੱਤਮ ਹੈ, ਸਾਰਿਆਂ ਤੋਂ ਉੱਤੇ ਹੈ, ਉਸ ਮਾਲਕ ਵਾਹਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗੁਣ ਗਾਏ ਜਾ ਸਕਦੇ ਹਨ। ਅੰਗਦ ਅਲਖ ਅਭੇਯ ਸਹਿਜ ਸਮੋਇਆ। ਉਸੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦਾ ਸਦਕਾ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਅਲਖ ਨੂੰ ਸਮਝ ਸਕੇ। ਜਿਹੜਾ ਅਲਖ ਹੈ, ਜਿਹਨੂੰ ਕੋਈ ਸਮਝ ਨਹੀਂ ਸਕਦਾ, ਜਿਹਦੇ ਬਾਰੇ ਜਾਣਿਆ ਨਹੀਂ ਜਾ ਸਕਦਾ, ਉਹਦੇ ਬਾਰੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਜਾਣਿਆ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਦੇ ਉੱਤੇ ਕਿਰਪਾ ਕੀਤੀ, ਉਹਨਾਂ ਦੇ ਰਾਹੀਂ ਉਹ ਸਮਝ ਸਕੇ ਨੇ। ਪੜ੍ਹ ਸਕੇ ਨੇ ਪਹਿਲੋਂ ਸਾਰਿਆਂ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਮਾਲਕ ਵਾਹਿਗੁਰੂ ਦੇ ਨਾਮ ਨੂੰ ਜਾਣਿਆ। ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵਲਾਈ। ਸਾਰਿਆਂ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਨਾਮ ਨੂੰ ਜਾਣਿਆ, ਉਸ ਪ੍ਰਮਾਤਮਾ ਦੀ, ਤੇ ਉਹਨੇ ਪ੍ਰੇਮਾ ਭਗਤੀ ਦੀ ਗੱਲ ਸਿਖਾ ਦਿੱਤੀ। ਸਤਿਗੁਰੂ ਨੇ ਸਾਨੂੰ ਪ੍ਰੇਮਾ ਭਗਤੀ ਸਿਖਾਈ। ਇੱਥੇ ਸੰਸਾਰ ਦੇ ਅੰਦਰ ਬੜੇ ਹੱਠ ਧਰਮੀ ਨੇ, ਜਿਹੜੇ ਹੱਠ ਦੇ ਰਾਹੀਂ ਰੱਬ ਦੇ ਨਾਲ ਜੁੜਨ ਦੀ ਗੱਲ ਕਰਦੇ ਨੇ ਵੀ ਅਸੀਂ ਧਰਮੀ ਆ। ਹਰੇਕ ਤਰੀਕੇ ਦੇ ਨਾਲ ਭਗਤੀ ਕਰਕੇ ਰੱਬ ਨੂੰ ਮਿਲਣ ਦੀ ਗੱਲ ਸੋਚਦੇ ਨੇ, ਪਰ ਸਾਰਿਆਂ ਤੋਂ ਉੱਤਮ ਤਰੀਕਾ ਹੈ ਪ੍ਰੇਮਾ ਭਗਤੀ। ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ। ਤਾਤੇ ਅੰਗਦ ਅੰਗ ਸੰਗ ਭਇਓ ਸ਼ਾਇਰ। ਉਹਦੇ ਤੋਂ ਹੀ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਮੁੰਦਰ ਵਰਗੇ ਬਣ ਗਏ। ਤਿੰਨ ਸ਼ਬਦ ਸੁਰਤ ਕੀ ਵਤਨੀ ਵਰਖਾਈ। ਉਹਨਾਂ ਤੋਂ ਹੀ ਉਸ ਮਾਲਕ ਵਾਹਿਗੁਰੂ ਦੇ ਗੁਣਾਂ ਦੀ ਵਰਖਾ ਕੀਤੀ ਗਈ। ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਸ਼ਾਇਰ ਬਣ ਕੇ, ਉਹ ਸਮੁੰਦਰ ਬਣ ਕੇ, ਨਾਮ ਦੇ ਨਾਲ ਜੁੜ ਕਰਕੇ ਫਿਰ ਉਹਦੇ ਵਿੱਚੋਂ ਨਾਮ ਦੀ ਵਰਖਾ ਕੀਤੀ ਹੈ, ਨਾਮ ਦੀ ਗੱਲ ਕੀਤੀ ਹੈ। ਇਹਦਾ ਹੀ ਭਾਈ ਗੁਰਦਾਸ ਜੀ ਕਹਿੰਦੇ ਨੇ, ਅੰਗਦ ਅਲਖ ਅਭੇਓ ਸਹਿਜ ਸਮੋਇਆ। ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅਲਖ ਨੂੰ ਜਾਣ ਕਰਕੇ ਜਿਹੜਾ ਰੱਬ ਸਾਰਿਆਂ ਤੋਂ ਵੱਖਰਾ ਹੋ ਕੇ ਰਹਿੰਦਾ ਹੈ, ਸਾਰਿਆਂ ਦੇ ਵਿੱਚ ਹੁੰਦਾ ਹੋਇਆ ਵੀ ਸਾਰਿਆਂ ਤੋਂ ਵੱਖਰਾ ਹੈ, ਉਹ ਮਾਲਕ ਵਾਹਿਗੁਰੂ ਦੇ ਬਾਰੇ ਤਾਂ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਣਿਆ ਤੇ ਸਹਿਜ ਦੇ ਵਿੱਚ ਟਿਕ ਗਏ ਹਨ। ਅਮਰ ਹੋ ਅਮਰ ਸਮੇਯ ਅਲਖ ਅਲੋਇਆ। ਅਮਰ ਹੋ ਅਮਰ ਸਮੇਯ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਕੋਲੋਂ ਸਿੱਖਿਆ ਲੈ ਕਰਕੇ, ਅਮਰ ਦਾ ਭਾਵ ਉਹ ਮਾਲਕ ਵਾਹਿਗੁਰੂ ਈਸ਼ਵਰ ਪਰਮਾਤਮਾ ਰੱਬ, ਉਸ ਰੱਬ ਦੇ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਕੋਲੋਂ ਸਿੱਖਿਆ ਲੈ ਕਰਕੇ ਉਹਦੇ ਵਿੱਚ ਸਮਾ ਗਏ। ਉਹਨਾਂ ਨੇ ਆਪਣੇ ਆਪ ਨੂੰ ਉਹਦੇ ਨਾਲ ਜੋੜ ਲਿਆ, ਫਿਰ ਵੱਖਰੇ ਨਹੀਂ ਆ। ਗੁਰ ਪਰਮੇਸ਼ਰ ਇੱਕੋ ਜਾਣ। ਹੁਣ ਗੁਰੂ ਤੇ ਪਰਮੇਸ਼ਰ ਇੱਕੋ ਹੋ ਗਏ। ਹੁਣ ਗੁਰੂ ਦੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ ਹੈ। ਜਿਹੜੇ ਰੱਬੀ ਰਾਹ ਦੇ ਉੱਤੇ ਤੁਰਦੇ ਨੇ ਫਿਰ ਉਹ ਰੱਬ ਵਰਗੇ ਬਣ ਜਾਂਦੇ। ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਸ ਜੋਤ ਨੂੰ ਆਪਣੇ ਹਿਰਦੇ ਦੇ ਅੰਦਰ ਸਮਾਉਣ ਤੋਂ ਬਾਅਦ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਬਣ ਗਏ, ਸੱਚ ਦੇ ਵਿੱਚ ਸਮਾ ਗਏ, ਉਹ ਮਾਲਕ ਦੇ ਨਾਲ ਮਿਲ ਗਏ ਹਨ। ਰਾਮ ਨਾਮ ਅਰਖਿਓ ਅੰਮ੍ਰਿਤ ਚੋਇਆ। ਰਾਮ ਨਾਮ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਪਰਮਾਤਮਾ ਦੇ ਨਾਮ ਨੂੰ ਹਿਰਦੇ ਦੇ ਅੰਦਰ ਵਸਾ ਕੇ
ਉਹਨੂੰ ਮਨ ਦੇ ਅੰਦਰ ਇੰਨਾ ਕੁ ਵਸਾ ਲਿਆ ਕਿ ਹੁਣ ਉਹਦੇ ਰਾਹੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਗਈ। ਮਾਲਕ ਵਾਹਿਗੁਰੂ ਦਾ ਨਾਮ ਮਿਲ ਗਿਆ, ਉਹਨਾਂ ਦੇ ਹਿਰਦੇ ਦੇ ਅੰਦਰ ਸਮਾ ਗਿਆ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਸ ਦਿਨ ਉਹ ਰੱਬੀ ਰਾਹ ਨੂੰ ਚੁਣਿਆ, ਕਿਉਂਕਿ ਸਾਰਿਆਂ ਤੋਂ ਔਖਾ ਹੈ ਇਸੇ ਰਾਹ ਨੂੰ ਚੁਣਨਾ। ਸੰਸਾਰ ਦੇ ਮਾਰਗ ਸੌਖੇ ਨੇ, ਮਨੁੱਖ ਦੌੜਦਾ ਹੈ ਉਸ ਪਾਸੇ ਨੂੰ ਤੁਰਨ ਦੇ ਲਈ, ਸੌਖਾ ਜਾਇਆ ਜਾ ਸਕਦਾ ਹੈ ਉਸ ਮਾਰਗ ਦੇ ਉੱਤੇ, ਭਾਵੇਂ ਕਿ ਉੱਥੇ ਸੁੱਖ ਨਹੀਂ ਹੈ ਪਰ ਜਾਣਾ ਸੌਖਾ ਹੈ। ਇਸ ਮਾਰਗ ਦੇ ਉੱਤੇ ਸੁੱਖ ਨੇ, ਆਨੰਦ ਹੈ, ਸਦੀਵੀ ਜਿਹੜਾ ਕਦੇ ਖਤਮ ਹੋਣ ਵਾਲਾ ਨਹੀਂ, ਪਰ ਇਸ ਰਾਹ ਨੂੰ ਚੁਣਨਾ ਬੜਾ ਔਖਾ ਹੈ। ਤਾਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਮਾਰਗ ਨੂੰ ਚੁਣਿਆ ਤੇ ਆਪਣੇ ਹਿਰਦੇ ਦੇ ਅੰਦਰ ਉਸ ਅੰਮ੍ਰਿਤ ਨੂੰ ਸਮਾ ਲਿਆ ਹੈ, ਜਿਹੜਾ ਅੰਮ੍ਰਿਤ ਸੰਸਾਰ ਦੇ ਅੰਦਰ ਧਰਮੀ ਅਖਵਾਉਣ ਵਾਲੇ, ਰੱਬ ਅਖਵਾਉਣ ਵਾਲੇ ਵੀ ਲੱਭਦੇ ਰਹੇ। ਜਿਹੜੇ ਆਪਣੇ ਆਪ ਨੂੰ ਰੱਬ ਅਖਵਾਉਂਦੇ ਨੇ, ਧਰਮੀ ਅਖਵਾਉਂਦੇ ਨੇ, ਜਿਹਨੂੰ ਉਹ ਲੱਭਦੇ ਰਹੇ, ਉਹਨੂੰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਹਿਰਦੇ ਦੇ ਅੰਦਰ ਵਸਾ ਲਿਆ ਹੈ। ਗੁਰ ਅਰਜਨ ਕਰ ਸੇਓ ਢੋਏ ਢੋਇਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਮਾਲਕ ਵਾਹਿਗੁਰੂ ਦੇ ਨਾਮ ਨੂੰ ਸਿਮਰ ਕਰਕੇ, ਉਹਦੀ ਸੇਵਾ ਕਰਕੇ ਉਸੇ ਦਾ ਆਸਰਾ ਤੱਕ ਲਿਆ, ਉਸੇ ਦੇ ਆਸਰੇ ਦੇ ਨਾਲ ਆਪਣੇ ਆਪ ਨੂੰ ਜੋੜ ਲਿਆ। ਸੰਸਾਰ ਦਾ ਆਸਰਾ ਤੱਕਦੇ ਆ, ਸੰਸਾਰ ਦੇ ਅੰਦਰ ਲਾਲਸਾ ਹੈ, ਸੰਸਾਰ ਨੂੰ ਲੋੜ ਹੈ ਤਾਂ ਉਹ ਆਸਰਾ ਆਪਣਾ ਦਿੰਦਾ ਹੈ। ਜਿਹਨੂੰ ਲੋੜ ਹੋਵੇ, ਜੇ ਉਹਨੂੰ ਲੱਗੇ ਵੀ ਇਸ ਮਨੁੱਖ ਤੋਂ ਮੈਨੂੰ ਕੋਈ ਫਾਇਦਾ ਹੋ ਸਕਦਾ ਹੈ ਤਾਂ ਉਹਨੂੰ ਸਹਾਰਾ ਦਿੰਦਾ ਹੈ। ਤੇ ਮਨੁੱਖ ਸਹਾਰਾ ਵੀ ਉਸੇ ਦੇ ਕੋਲੋਂ ਤੱਕਦਾ ਹੈ ਵੀ ਜਿਹੜਾ ਇਹਨੇ ਜੋਗਾ ਹੋਵੇ ਸਮਾਜ ਦੇ ਅੰਦਰ। ਮਤਲਬ ਕਹਿੰਦੇ ਫਿਰ ਜੇ ਸਹਾਰਾ ਹੀ ਤੱਕਣਾ ਹੋਵੇ, ਜੇ ਆਸਰਾ ਲੈਣਾ ਹੈ ਤੇ ਉਹ ਰੱਬ ਦਾ ਲੈਣਾ ਜਿਹੜਾ ਬਦਲੇ 'ਚ ਕੁਝ ਨਹੀਂ ਚਾਹੁੰਦਾ। ਇੱਥੇ ਤੇ ਅੱਜ ਕਿਸੇ ਦੇ ਕੋਲੋਂ ਸਹਾਰਾ ਲਏਗਾ, ਕੱਲ ਨੂੰ ਕਹੇਗਾ ਕਿ ਵੇਖ ਭਾਈ ਮੈਂ ਨਾ ਹੁਣਾ ਤੇ ਤੇਰਾ ਕੰਮ ਨਹੀਂ ਸੀ ਚੱਲਣਾ, ਮੈਂ ਨਾ ਹੁਣਾ ਤੇ ਤੇਰੇ ਵੱਸ ਦੀ ਨਹੀਂ ਸੀ ਤੂੰ ਕੁਝ ਕਰ ਸਕਦਾ। ਭਾਈ ਗੁਰਦਾਸ ਜੀ ਕਹਿੰਦੇ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਸਰਾ ਕਿਹਦਾ ਤੱਕਿਆ? ਉਸ ਵਾਹਿਗੁਰੂ ਦਾ, ਅਕਾਲ ਪੁਰਖ ਦਾ ਆਸਰਾ ਤੱਕਿਆ, ਜਿਹੜਾ ਬਦਲੇ ਦੇ ਵਿੱਚ ਕੁਝ ਨਹੀਂ ਮੰਗਦਾ, ਜਿਹੜਾ ਇਹ ਨਹੀਂ ਕਹਿੰਦਾ ਕਿ ਮੈਨੂੰ ਕੁਝ ਚਾਹੀਦਾ ਹੈ। ਰੱਬ ਨੂੰ ਬਦਲੇ ਸਾਡੇ ਕੋਲੋਂ ਕੁਝ ਨਹੀਂ ਚਾਹੀਦਾ। ਹਾਂ, ਲੋੜ ਸਾਨੂੰ ਹੈ, ਅਸੀਂ ਉਹਦਾ ਸਿਮਰਨ ਕਰਦੇ ਹਾਂ। ਲੋੜ ਸਾਨੂੰ ਹੈ ਤਾਂ ਅਸੀਂ ਉਹਨੂੰ ਚੇਤਾ ਕਰਦੇ, ਕਿਉਂਕਿ ਸਾਨੂੰ ਪਤਾ ਹੈ ਸੰਸਾਰ ਦੇ ਅੰਦਰ ਕੋਈ ਹੋਰ ਆਸਰਾ ਨਹੀਂ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਾਣੀ ਸੁਖਮਨੀ ਸਾਹਿਬ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਮਾਨੁ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕਉ ਇਕੈ ਭਗਵਾਨ, ਜਿਸ ਕੈ ਦੀਐ ਰਹੈ ਅਗਾਏ, ਬਹੁਰ ਨਾ ਤ੍ਰਿਸ਼ਨਾ ਲੱਗ। ਉਹਦੇ ਦਿੱਤੇ ਤੇ ਰੱਜ ਸਕਦੇ ਆ। ਸੰਸਾਰ ਦੀਆਂ ਦਿੱਤੀਆਂ ਵਸਤਾਂ ਦੇ ਨਾਲ ਮਨੁੱਖ ਰੱਜ ਨਹੀਂ ਸਕਦਾ। ਸੰਸਾਰ ਦੇ ਅੰਦਰ ਕਿੰਨਾ ਵੀ ਕੋਈ ਧਨ ਕਮਾ ਲਵੇ, ਰੱਜਦਾ ਹੈ ਨਹੀਂ, ਕਦੇ ਨਹੀਂ ਰੱਜ ਸਕਦਾ। ਕਿੰਨਾ ਕੁਝ ਮਿਲਦਾ ਰਵੇ, ਕੰਮਕਾਰ ਕਰਨ ਤੋਂ ਬਾਅਦ ਮਨੁੱਖ ਸਾਰੀ ਜ਼ਿੰਦਗੀ ਵੀ ਜੇ ਕਮਾਉਂਦਾ ਰਹਿੰਦਾ ਹੈ ਤਾਂ ਵੀ ਕਦੇ ਰੱਜਦਾ ਨਹੀਂ। ਲਾਲਸਾਵਾਂ ਨਹੀਂ ਪੂਰੀਆਂ ਹੁੰਦੀਆਂ, ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਨੇ, ਮਨੁੱਖ ਦੀਆਂ ਲਾਲਸਾਵਾਂ ਪੂਰੀਆਂ ਨਹੀਂ ਹੁੰਦੀਆਂ। ਸਤਿਗੁਰੂ ਕਹਿੰਦੇ ਰੱਜ ਨਹੀਂ ਸਕਦਾ, ਪਰ ਰੱਜੇਗਾ ਉਹੀ ਜਿਹੜਾ ਗੁਰੂ ਦੇ ਨਾਲ ਜੁੜ ਜਾਏਗਾ, ਜਿਹੜਾ ਗੁਰੂ ਦੇ ਕੋਲੋਂ ਦਾਤ ਪ੍ਰਾਪਤ ਕਰੇਗਾ। ਤੇ ਉਹਦੇ ਵਾਸਤੇ ਜ਼ਰੂਰੀ ਹੈ ਸੰਸਾਰ ਦੇ ਆਸਰਿਆਂ ਨੂੰ ਛੱਡ ਕੇ ਉਸ ਨਿਰੰਕਾਰ ਦਾ ਆਸਰਾ ਤੱਕ ਲਈਏ। ਗੁਰ ਹਰ ਗੋਬਿੰਦ ਅਮੇਓ ਬਿਲੋਏ ਬਿਲੋਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅੰਮ੍ਰਿਤ ਨੂੰ ਬਿਲੋਇਆ ਹੈ, ਰਿੜਕਿਆ ਹੈ। ਜਿਸ ਦਿਨ ਅਸੀਂ ਉਸ ਅੰਮ੍ਰਿਤ ਨੂੰ, ਰੱਬ ਜੀ ਦੇ ਨਾਮ ਨੂੰ ਰਿੜਕਣਾ ਸ਼ੁਰੂ ਕਰ ਦੇਵਾਂਗੇ, ਭਾਵ ਉਹਦੇ ਵਿੱਚੋਂ ਤੱਤ ਲੱਭਾਂਗੇ, ਉਸੇ ਦਿਨ ਅਸੀਂ ਉਹ ਤੱਤ ਦੀ ਪ੍ਰਾਪਤੀ ਕਰ ਸਕਦੇ ਹਾਂ ਜਿਵੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਾਪਤੀ ਕੀਤੀ। ਕਿਉਂਕਿ ਪ੍ਰਾਪਤੀ ਕਰਨ ਦਾ ਸਾਰਿਆਂ ਤੋਂ ਪਹਿਲਾ ਢੰਗ ਹੈ ਵੀ ਉਹਦੇ ਹੁਕਮ ਦੇ ਵਿੱਚ ਚੱਲਣਾ, ਜਿਵੇਂ ਦੱਸਿਆ ਗਿਆ ਹੈ। ਮਤਲਬ ਕਿਤੇ ਨਾ, ਜੇ ਕਿਤੇ ਸੰਸਾਰ ਦੇ ਅੰਦਰ ਵੀ ਕਿਸੇ ਨੇ ਦਹੀਂ ਰਿੜਕਣਾ ਹੋਵੇ, ਘਿਓ ਕੱਢਣ ਵਾਸਤੇ, ਮੱਖਣ ਕੱਢਣ ਵਾਸਤੇ, ਤੇ ਉਹਦੇ ਵਾਸਤੇ ਜ਼ਰੂਰੀ ਹੈ ਬੜੇ ਟਿਕਾ ਦੇ ਨਾਲ। ਐਵੇਂ ਨਹੀਂ, ਟਿਕਾ ਤੋਂ ਬਿਨਾਂ ਮੱਖਣ ਨਹੀਂ ਕੱਢਿਆ ਜਾ ਸਕਦਾ। ਸਤਿਗੁਰੂ ਕਹਿੰਦੇ ਬਸ ਇਦਾਂ ਹੀ ਸਹਿਜ ਬਿਲੋਵੋ ਜੈਸੇ ਤਤ ਨਾ ਜਾਏ। ਉਦਾਂ ਹੀ ਉਸ ਮਾਲਕ ਵਾਹਿਗੁਰੂ ਦਾ ਨਾਮ ਵੀ ਬਿਲੋਇਆ ਕਰ, ਜਪਿਆ ਕਰ, ਕਿਤੇ ਇਹ ਨਾ ਹੋਵੇ ਤਤ ਨਿਕਲ ਜਾਵੇ। ਇਥੇ ਜਪਦਿਆਂ ਜਪਦਿਆਂ ਪੱਗਾਂ ਵੀ ਲੱਥ ਜਾਂਦੀਆਂ, ਜਪਦਿਆਂ ਜਪਦਿਆਂ ਕੇਸ ਖਿਲਰੇ ਹੁੰਦੇ ਨੇ। ਇਦਾਂ ਸਹਿਜ ਨਹੀਂ ਹੈ। ਮਾਲਕ ਕਹਿੰਦੇ ਸੀ ਵੀ ਸਹਿਜ ਦੇ ਨਾਲ, ਟਿਕਾ ਦੇ ਨਾਲ। ਜ਼ਰੂਰੀ ਸੀ ਟਿਕਾ ਹੋਣਾ,
ਔਰ ਉਹ ਇਦਾਂ ਲੱਗਦਾ ਵੀ ਟਿਕਾ ਨਹੀਂ, ਸਿਮਰਨ ਨਹੀਂ, ਕਿਸੇ ਦੇ ਨਾਲ ਜੰਗ ਹੋ ਰਿਹਾ ਹੋਵੇ। ਇੱਥੇ ਤੇ ਟਿਕਾ ਚਾਹੀਦਾ ਹੈ, ਸਿਮਰਨ ਕਰਨ ਲੱਗੇ। ਸੰਸਾਰ ਦੇ ਅੰਦਰ ਵੀ ਜੇ ਕੋਈ ਦਹੀਂ ਰਿੜਕਦਾ ਹੋਵੇ, ਕਿਸੇ ਸੁਆਣੀ ਨੇ ਦਹੀਂ ਰਿੜਕਣਾ ਹੋਵੇ ਤੇ ਬੜੇ ਢੰਗ ਦੇ ਨਾਲ ਪਹਿਲੋਂ ਜਿਹੜਾ ਉਹ ਭਾਂਡਾ ਹੈ, ਜਿੱਥੇ ਉਹ ਭਾਂਡੇ ਨੂੰ ਟਿਕਾਉਣਾ ਹੈ, ਉਸ ਜਗ੍ਹਾ ਨੂੰ ਸਾਫ਼ ਕੀਤਾ। ਫਿਰ ਉਹਦੇ ਨਾਲ ਜਿਸ ਜਗ੍ਹਾ ਦੇ ਉੱਤੇ ਉਸ ਭਾਂਡੇ ਨੂੰ ਰੱਖਣਾ, ਇਸ ਢੰਗ ਦੇ ਨਾਲ ਉਹਨੂੰ ਤਿਆਰ ਕੀਤਾ ਗਿਆ ਵੀ ਉਹ ਇਹ ਹਿੱਲੇ ਨਾ, ਭਾਂਡਾ ਨਾ ਕਿਤੇ ਹਿੱਲ ਜਾਵੇ। ਫਿਰ ਵੀ ਖਿਆਲ ਰੱਖਿਆ ਜਾਂਦਾ ਹੈ ਮਧਾਣੀ ਪਾਉਣ ਤੋਂ ਬਾਅਦ ਵੀ ਇੱਕੋ ਸਾਰ ਮਧਾਣੀ ਚੱਲਦੀ ਰਹੇ ਤੇ ਉਸ ਤੋਂ ਬਾਅਦ ਭਾਂਡਾ ਹਿੱਲੇ ਨਾ। ਜੇ ਭਾਂਡਾ ਹਿੱਲ ਗਿਆ ਤੇ ਫਿਰ ਡੁੱਲੇਗਾ, ਇਸ ਕਰਕੇ ਡੁੱਲਣਾ ਨਹੀਂ ਚਾਹੀਦਾ। ਇੱਕ ਸਾਰਤਾ ਹੋਣੀ ਚਾਹੀਦੀ ਹੈ। ਕਦੋਂ ਉਹਦੇ ਵਿੱਚ ਪਾਣੀ ਪਾਉਣਾ ਹੈ ਉਹ ਪਤਾ ਹੋਣਾ ਚਾਹੀਦਾ ਹੈ। ਕਦੋਂ ਉਹਦੇ ਵਿੱਚੋਂ ਮੱਖਣ ਨਿਕਲਣਾ ਹੈ ਪਤਾ ਹੋਣਾ ਚਾਹੀਦਾ ਹੈ। ਕਿਵੇਂ ਦਾ ਪਾਣੀ ਪਏਗਾ ਹੁਣ ਇਹ ਪਤਾ ਹੋਣਾ ਚਾਹੀਦਾ ਹੈ। ਠੰਡਾ ਪਾਉਣਾ ਹੈ, ਤੱਤਾ ਪਾਉਣਾ ਹੈ, ਕਿਉਂਕਿ ਇਹ ਵੀ ਬੜਾ ਜ਼ਰੂਰੀ ਹੈ। ਹਰੇਕ ਚੀਜ਼ ਬੜੇ ਨਿਯਮ ਦੇ ਨਾਲ, ਰੱਬੀ ਨਾਮ ਨੂੰ ਜਪਣਾ ਹੈ ਤੇ ਇਹ ਵੀ ਨਿਯਮ ਦੇ ਨਾਲ ਹੀ ਜਪਣਾ ਪਏਗਾ। ਸਤਿਗੁਰੂ ਕਹਿੰਦੇ ਸਹਿਜ ਮਿਲੋ ਜੈਸੇ ਤਤ ਨਾ ਜਾਈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਦਾਂ ਹੀ ਅੰਮ੍ਰਿਓ ਵਿਲੋਏ ਵਿਲੋਇਆ, ਬੜੇ ਸਹਿਜ ਦੇ ਨਾਲ ਉਸ ਅੰਮ੍ਰਿਤ ਨੂੰ ਰਿੜਕਿਆ ਹੈ। ਸੱਚਾ ਸੱਚ ਸੁਚੇਓ ਸੱਚ ਖਲੋਇਆ। ਸੱਚਿਆਂ ਦੇ ਨਾਲ ਮਿਲ ਕੇ ਜਿਹੜੇ ਸੱਚਮੁੱਚ ਸੱਚੇ ਹੋ ਗਏ, ਮਾਲਕ ਦੇ ਨਾਲ, ਮਾਲਕ ਆਪ ਸੱਚਾ ਹੈ। ਜਿਹੜਾ ਉਸ ਸੱਚੇ ਦੇ ਨਾਲ ਮਿਲ ਕਰਕੇ ਜਿਹਨੇ ਉਸ ਮਾਲਕ ਨੂੰ ਸਿਮਰਨਾ ਸ਼ੁਰੂ ਕੀਤਾ, ਉਹਦੇ ਹਿਰਦੇ ਦੇ ਅੰਦਰ ਸੱਚ ਸਮਾ ਗਿਆ। ਕਿ ਸੱਚ ਸਮਾਉਣ ਵਾਸਤੇ, ਸੱਚ ਦੇ ਨਾਲ ਜੁੜਨ ਵਾਸਤੇ ਹਿਰਦੇ ਦੇ ਅੰਦਰ ਸੱਚ ਹੋਣਾ ਚਾਹੀਦਾ ਹੈ। ਜਦੋਂ ਤੱਕ ਹਿਰਦੇ ਦੇ ਅੰਦਰ ਅਗਿਆਨਤਾ, ਹਿਰਦੇ ਦੇ ਅੰਦਰ ਕੂੜ ਝੂਠ ਚੱਕੀ ਫਿਰਾਂਗੇ, ਉਦੋਂ ਤੱਕ ਸੱਚ ਦੇ ਨਾਲ ਨਹੀਂ ਜੁੜ ਸਕਦੇ। ਸੱਚ ਦੇ ਨਾਲ ਜੁੜਨਾ ਹੈ ਤੇ ਪਹਿਲਾਂ ਆਪਣੇ ਅੰਦਰ ਦੇ ਭਾਂਡੇ ਨੂੰ ਸਾਫ਼ ਕਰਨਾ ਪਏਗਾ। ਜਦੋਂ ਤੱਕ ਅੰਦਰ ਦਾ ਭਾਂਡਾ ਨਹੀਂ ਸਾਫ਼ ਕਰਦੇ, ਉਦੋਂ ਤੱਕ ਸੱਚੇ ਨਹੀਂ ਹੋ ਸਕਦੇ। ਤੇ ਸੱਚ ਦੇ ਨਾਲ ਜੁੜਨਾ ਹੈ ਤੇ ਸੱਚਿਆਂ ਦੇ ਕੋਲ ਬੈਠਣਾ ਪਏਗਾ। ਉਹਨਾਂ ਦੇ ਕੋਲ ਨਹੀਂ ਜਿਹੜੇ ਝੂਠ ਦਾ ਅਡੰਬਰ ਕਰਦੇ ਨੇ, ਧਰਮੀ ਹੋਣ ਦਾ ਅਡੰਬਰ ਕਰਦੇ ਨੇ ਵੀ ਅਸੀਂ ਧਰਮੀ ਆ। ਉਹਨਾਂ ਦੇ ਕੋਲ ਬੈਠਾਂਗੇ ਤੇ ਫਿਰ ਧਰਮੀ ਨਹੀਂ ਬਣ ਸਕਦੇ, ਸੱਚ ਨਹੀਂ। ਮਾਲਕ ਕਹਿੰਦੇ ਸੱਚ ਦੇ ਨਾਲ ਜੁੜ, ਤੇ ਸਾਰਿਆਂ ਦੇ ਵਸਤੀ ਵੀ ਨਹੀਂ ਹੁੰਦੀ ਸੱਚ ਦੇ ਕੋਲ ਬੈਠਣਾ। ਬੜਾ ਔਖਾ ਹੈ ਸੱਚ ਦੇ ਕੋਲ ਬੈਠਣਾ। ਮਾਲਕ ਕਹਿੰਦੇ ਇੱਥੇ ਸੱਚ ਦੇ ਕੋਲ ਬੈਠਣ ਵਾਲੇ ਬੜੇ ਵਿਰਲੇ ਨੇ, ਪਰ ਝੂਠ ਦੇ ਕੋਲ ਬੜੇ ਨੇ। ਤੇ ਝੂਠਾ ਜੇ ਕਿਤੇ ਸੱਚ ਦੇ ਕੋਲ ਆ ਜਾਵੇ, ਉਹਦੇ ਕੰਨਾਂ ਦੇ ਵਿੱਚ ਸੱਚ ਪੈ ਜਾਵੇ, ਬੜਾ ਤੰਗ ਹੁੰਦਾ ਹੈ। ਉਹ ਦੂਜਿਆਂ ਨੂੰ ਤੇ ਦਾਅਵੇ ਕਰਦਾ ਹੈ ਵੀ ਮੈਂ ਸੱਚ ਬੋਲਦਾ, ਮੇਰੀ ਜ਼ੁਬਾਨ ਤੋਂ ਸਿਰਫ ਸੱਚ ਬੋਲ ਨਿਕਲਦਾ ਹੈ। ਤੇ ਜਦੋਂ ਕੋਈ ਉਹਦੇ ਵਾਸਤੇ ਸੱਚ ਬੋਲ ਦੇਵੇ ਫਿਰ ਨਹੀਂ ਚੰਗਾ ਲੱਗਦਾ, ਕਿਉਂਕਿ ਉਹਨੂੰ ਪਤਾ ਹੈ ਮੈਂ ਝੂਠਾ ਹਾਂ, ਪਤਾ ਹੈ ਮੇਰੇ ਅੰਦਰ ਇਹ ਔਗਣ ਆ। ਮਾਲਕ ਕਹਿੰਦੇ ਇਦਾਂ ਦੇ ਸੁਭਾਅ ਵਾਲੇ ਜਿਹੜੇ ਨੇ ਨਾ, ਕੂੜੇ ਯਾਰੀ ਰੱਜਾ ਕੂੜ ਸੱਚ ਨਾ ਭਾਵੇ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਝੂਠਾ ਸੜ ਜਾਂਦਾ ਹੈ, ਅੱਗ ਲੱਗਦੀ ਹੈ ਝੂਠੇ ਨੂੰ, ਜਦੋਂ ਉਹਨੂੰ ਪਤਾ ਹੋਵੇ ਵੀ ਇਹ ਗੱਲ ਮੇਰੇ ਵਾਸਤੇ ਕਹਿ ਦਿੱਤੀ। ਭਾਵੇਂ ਕਿ ਉਹ ਆਪ ਕਿੰਨੇ ਦਾਅਵੇ ਕਰਦਾ ਹੋਵੇ ਵੀ ਮੈਂ ਸੱਚਾ ਬਹੁਤ ਆ ਜੀ, ਮੇਰੇ ਤੋਂ ਜ਼ਿਆਦਾ ਤੇ ਕੋਈ ਸੱਚ ਹੀ ਨਹੀਂ ਬੋਲਦਾ, ਪਰ ਆਪਣਾ ਸੁਭਾਅ ਨਹੀਂ ਬਦਲਦਾ। ਕਹਿਣ ਨੂੰ ਭਾਵੇਂ ਸੱਚਾ ਹੈ, ਪਰ ਇੰਨੀ ਹਿੰਮਤ ਵੀ ਨਹੀਂ। ਕਈਆਂ ਦਾ ਸੁਭਾਅ ਇਦਾਂ ਦਾ ਹੁੰਦਾ ਹੈ, ਕਹਿੰਦੇ ਬਹੁਤ ਨੇ ਵੀ ਅਸੀਂ ਸੱਚੇ ਆ, ਪਰ ਸੱਚ ਬੋਲਣ ਦੀ ਹਿੰਮਤ ਵੀ ਨਹੀਂ ਹੈ। ਸਤਿਗੁਰੂ ਕਹਿੰਦੇ ਇਦਾਂ ਦੇ ਸੱਚੇ ਜਿਹੜੇ ਨੇ ਨਾ, ਅਸਲ ਦੇ ਵਿੱਚ ਇਹ ਆਪਣੀ ਹਉਮੈ ਨੂੰ ਹੀ ਦਿਖਾਉਂਦੇ ਨੇ ਵੀ ਅਸੀਂ ਸੱਚੇ ਆ, ਹੈਗੇ ਨਹੀਂ ਆ। ਪਤਾ ਉਹਨਾਂ ਨੂੰ ਵੀ ਆ ਵੀ ਅਸੀਂ ਸੱਚੇ ਨਹੀਂ ਆ। ਮਤਲਬ ਕਹਿੰਦੇ ਜਿਹੜੇ ਸੱਚ ਦੇ ਨਾਲ ਜੁੜ ਗਏ, ਸੱਚਾ ਸੱਚ ਸੱਚਿਓ ਸੱਚ ਖਿਲਾਇਆ, ਉਹ ਸੱਚ ਦੇ ਨਾਲ ਇੰਨੇ ਕੁ ਜੁੜ ਜਾਂਦੇ ਨੇ, ਉਹਨਾਂ ਦੇ ਹਿਰਦੇ ਦੇ ਅੰਦਰ ਸੱਚ ਹੀ ਵਸਦਾ ਹੈ, ਫਿਰ ਹੋਰ ਕੁਝ ਨਹੀਂ। ਫਿਰ ਕੁਝ ਹੋਰ ਹੈ ਹੀ ਨਹੀਂ ਉਹਨਾਂ ਦੇ ਕੋਲ। ਝੂਠ ਨਹੀਂ ਉਹਨਾਂ ਦੇ ਕੋਲ ਦਿਖਾਵਾ ਨਹੀਂ ਹੈ। ਇਹ ਵੀ ਦਿਖਾਵਾ ਹੀ, ਇਹ ਵੀ ਝੂਠ ਹੀ ਹੈ ਨਾ। ਜਿਹੜਾ ਅਸੀਂ ਦਿਖਾਵਾ ਕਰਦੇ ਸੰਸਾਰ, ਸਾਡੇ ਕੋਲ ਆਪਣੇ ਨਹੀਂ ਹੈ। ਮੇਰੇ ਕੋਲ ਆਪਣੇ ਇੰਨੀ ਸਮਰੱਥਾ ਨਹੀਂ ਹੈ ਵੀ ਮੈਂ ਕੁਝ ਐਸਾ ਵਸਤਰ ਕੋਈ ਇਦਾਂ ਦਾ ਖਰੀਦ ਲਵਾਂ, ਕੋਈ ਵਸਤ ਇਦਾਂ ਦੀ ਕੋਲ ਰੱਖ ਲਵਾਂ ਜਿਹੜੀ ਮੇਰੇ ਵੱਸੋਂ ਬਾਹਰ ਹੈ। ਪਰ ਫਿਰ ਵੀ ਮੈਂ ਯਤਨ ਕਰਦਾ ਕਿਤੋਂ ਚੁੱਕ ਕੇ ਲਿਆ ਕੇ, ਕਿਤੋਂ ਦੂਜੇ ਦੇ ਕੋਲੋਂ ਫੜ ਕੇ, ਪਤਾ ਵੀ ਮੇਰੇ ਕੋਲੋਂ ਮੋੜਿਆ ਵੀ ਨਹੀਂ ਜਾਣਾ, ਫਿਰ ਵੀ ਤੰਗ ਹੋ ਕੇ ਸਾਰਾ ਕੁਝ ਕਰਦੇ ਆ। ਇਹ ਵੀ ਤੇ ਦਿਖਾਵਾ ਹੀ ਆ। ਕਿਤੇ ਜਾਣਾ ਹੋਵੇ, ਵਿਆਹ ਤੇ ਜਾਣਾ ਹੋਵੇ, ਮੈਨੂੰ ਕਹਿੰਦਾ ਮੇਰੇ ਕੋਲ ਕੱਪੜੇ ਨਹੀਂ ਹੈਗੇ, ਭਾਵੇਂ ਹੁਣ ਮੰਗ ਕੇ ਪਾ ਕੇ ਖਾਣੇ, ਇਹ ਵੀ ਤੇ ਝੂਠੀ ਆ ਨਾ। ਹੈ ਕੁਝ ਹੋਰ, ਦਿਖਾ ਕੁਝ ਹੋਰ ਰਹੇ ਆ। ਝੂਠ ਇਹੀ ਤੇ ਹੁੰਦਾ ਹੈ ਵੀ ਹੈਗਾ ਤੇ ਸੱਚ ਤੇ ਕੁਝ ਹੋਰ ਸੀ, ਅਸਲ ਕੁਝ ਹੋਰ ਸੀ, ਦਿਖਾਇਆ ਕੁਝ ਹੋਰ। ਇਹੀ ਤੇ ਮਨੁੱਖ ਦਾ ਸੁਭਾਅ ਹੈ ਨਾ। ਸਾਡੀ ਸ਼ੁਰੂਆਤ ਹੀ ਝੂਠ ਤੋਂ ਹੁੰਦੀ ਹੈ।
ਬਚਪਨ ਤੋਂ ਹੀ ਅਸੀਂ ਝੂਠ ਇੱਕ ਦੂਜੇ ਨੂੰ ਸਿਖਾਉਣਾ ਸ਼ੁਰੂ ਕਰ ਦਿੰਦੇ ਹਾਂ। ਬੱਚਿਆਂ ਨੂੰ ਬਚਪਨ ਤੋਂ ਹੀ ਝੂਠ ਸਿਖਾਉਂਦੇ ਹਾਂ। ਕੋਈ ਆ ਕੇ ਕਵੇ ਵੀ ਬਈ ਫਲਾਣੇ ਨੂੰ ਮਿਲਣਾ ਹੈਗਾ ਏ ਤੇ ਅੰਦਰੋਂ ਹੀ ਸੁਨੇਹਾ ਦੇ ਦਿੰਦਾ ਵੀ ਕਹਿ ਦਿਓ ਵੀ ਮੈਂ ਨਹੀਂ ਹੈਗਾ। ਫੋਨ ਆਇਆ, ਬੱਚਿਆਂ ਨੂੰ ਫੜਾ ਦਿੱਤਾ ਵੀ ਕਹਿ ਦਿਓ ਮੈਂ ਨਹੀਂ ਹੈਗਾ। ਹੁਣ ਉਹ ਝੂਠ ਹੀ ਸਿਖਾ ਰਹੇ ਆ ਨਾ, ਅਸੀਂ ਆਦਤ ਬਚਪਨ ਤੋਂ ਪਾ ਰਹੇ ਆ ਨਾ, ਤੇ ਉਹ ਆਦਤ ਪੱਕ ਜਾਏਗੀ ਕਦੋਂ ਕੁ ਤੱਕ? ਲਗਾਤਾਰ ਜਦੋਂ ਬੱਚਾ ਦੇਖੇਗਾ ਵੀ ਹਾਂ ਬਈ ਇਹਦੇ ਵਿੱਚ ਫਾਇਦਾ ਹੈ, ਫਿਰ ਉਹ ਵੀ ਸ਼ੁਰੂ ਕਰੇਗਾ। ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਝੂਠ ਬੋਲਣਾ ਤੇ ਝੂਠ ਵੱਧਦਾ। ਜਦੋਂ ਸੱਚ ਦੀ ਗੱਲ ਸੁਣਾਵਾਂਗੇ, ਸੱਚ ਜੁੜਿਆ ਹੋਵੇਗਾ, ਜਿਹੜਾ ਸੱਚ ਦੇ ਨਾਲ ਜੁੜ ਗਿਆ, ਤੇ ਮਾਲਕ ਕਹਿੰਦੇ ਫਿਰ ਉਹਨੂੰ ਝੂਠ ਨਹੀਂ ਪਸੰਦ। ਉਹ ਸੱਚ ਦੇ ਨਾਲ ਜੁੜ ਕੇ ਸੱਚ ਬਣ ਜਾਂਦਾ ਹੈ। ਸਤਿਗੁਰੂ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬੜੀ ਹੈ, ਇਸ ਰਾਹ ਦੇ ਉੱਤੇ ਤੁਰਦਾ ਹੈ। ਤੇ ਜਿਹੜੇ ਸੱਚ ਦੇ ਨਾਲ ਜੁੜ ਗਏ, ਉਹਨਾਂ ਦੇ ਹਿਰਦੇ ਦੇ ਅੰਦਰ ਸੱਚ ਵਸਦਾ ਹੈ। ਆਤਮ ਅਗਹਿ ਅਗੇਓ ਸ਼ਬਦ ਤੋਇਆ। ਤੇ ਜਿਨ੍ਹਾਂ ਦੀ ਆਤਮਾ ਅਗਹਿ ਸੀ, ਜਿਨ੍ਹਾਂ ਦਾ ਹਿਰਦਾ ਅਗਹਿ ਸੀ, ਅਗਹਿ ਦਾ ਭਾਵ ਜਿਹੜਾ ਫੜਿਆ ਨਾ ਜਾ ਸਕੇ, ਜਿਹਨੂੰ ਰੋਕਿਆ ਨਾ ਜਾ ਸਕੇ, ਜਿਹੜਾ ਹਿਰਦਾ ਕਦੇ ਕਬੀਰ ਸਾਹਿਬ ਕਹਿੰਦੇ ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹ ਦਿਸ ਜਾਏ। ਜਿਹੜਾ ਮਨ ਕਦੇ ਉੱਡ ਉੱਡ ਕੇ ਦਸਾਂ ਦਿਸ਼ਾਵਾਂ ਨੂੰ ਜਾਂਦਾ ਸੀ, ਜਿਹੜਾ ਮਨ ਕਦੇ ਟਿਕਦਾ ਹੀ ਨਹੀਂ ਸੀ, ਜਿਹੜਾ ਮਨ ਖੁਆਰ ਕਰਦਾ ਸੀ ਦੂਜੇ ਪਾਸਿਆਂ ਨੂੰ ਤੋਰ ਕੇ, ਅੱਜ ਗੁਰੂ ਨੇ ਕਿਰਪਾ ਕੀਤੀ, ਸ਼ਬਦ ਦੇ ਰਾਹੀਂ ਉਹਨੂੰ ਟਿਕਾ ਦਿੱਤਾ। ਜਿਉ ਮੰਦਰ ਕੋ ਥੰਮੈ ਥੰਮਨ, ਤਿਉ ਗੁਰੂ ਕਾ ਸ਼ਬਦ ਮਨੈ ਅਸਥੰਮਨ। ਜਿਵੇਂ ਮੰਦਰ ਨੂੰ, ਕਿਸੇ ਦੁਆਰ ਨੂੰ, ਕਿਸੇ ਘਰ ਨੂੰ, ਕਿਸੇ ਬਿਲਡਿੰਗ ਨੂੰ ਮੰਦਰ ਟਿਕਾ ਕੇ ਰੱਖਦਾ ਹੈ, ਉਦਾਂ ਹੀ ਇਹ ਹਿਰਦਾ ਵੀ ਹੈ ਗੁਰੂ ਦੇ ਸ਼ਬਦ ਦੇ ਰਾਹੀਂ ਟਿਕਦਾ ਹੈ। ਤੇ ਗੁਰਮੁਖ ਨੇ ਜਿਹੜੇ ਸ਼ਬਦ ਦੇ ਰਾਹੀਂ ਆਪਣੇ ਇਸ ਮਨ ਨੂੰ ਟਿਕਾ ਲੈਂਦੇ ਨੇ। ਸਤਿਗੁਰੂ ਕਹਿੰਦੇ ਇਹ ਮਨ ਅਸਲ ਦੇ ਵਿੱਚ ਸੁੱਤਾ ਹੀ ਇਹਨਾਂ ਕੋ ਪਿਆ, ਇਹਨੂੰ ਪਤਾ ਹੀ ਨਹੀਂ ਲੱਗਦਾ। ਹਰੇਕ ਚੀਜ਼ ਸੁੱਤੀ ਹੈ, ਇਹਦੇ ਹੱਥ ਸੁੱਤੇ ਨੇ, ਇਹਦੀਆਂ ਅੱਖਾਂ ਸੁੱਤੀਆਂ ਨੇ। ਜਦੋਂ ਤੱਕ ਇਹ ਜਾਗਦਾ ਨਹੀਂ, ਉਦੋਂ ਤੱਕ ਕਿਸੇ ਕੰਮ ਦਾ ਨਹੀਂ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਅੱਖਾਂ ਨੂੰ ਆਦਤ ਹੈ, ਇਹ ਸੁੱਤੀਆਂ ਪਈਆਂ ਨੇ ਪਰਾਈ ਦ੍ਰਿਸ਼ਟੀ, ਪਰਾਇਆ ਦੇਖਣ ਦੇ ਵਿੱਚ, ਪਰਾਇਆ ਧਨ, ਪਰਾਇਆ ਤਨ, ਪਰਾਇਆ ਹੱਕ, ਇਹ ਚੀਜ਼ਾਂ ਦੇ ਵਿੱਚ ਸੁੱਤੀਆਂ ਹੋਈਆਂ ਨੇ ਅੱਖਾਂ। ਇਹਨਾਂ ਨੂੰ ਸਵਾਦ ਹੀ ਪਰਾਏ ਤਨ ਤੇ ਧਨ ਦੇ ਵਿੱਚ ਹੁੰਦਾ ਹੈ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਕੰਨ ਸੁੱਤੇ ਹੋਏ ਨੇ ਦੂਜਿਆਂ ਦੀਆਂ ਵਿਚਾਰਾਂ ਸੁਣ ਕੇ, ਦੂਜਿਆਂ ਦੀ ਨਿੰਦਿਆ ਸੁਣ ਕੇ, ਦੂਜਿਆਂ ਦੀ ਚੁਗਲੀ ਸੁਣ ਕੇ। ਇਹਨਾਂ ਨੂੰ ਆਦਤ ਪਈ ਹੋਈ ਹੈ। ਰਸਨਾ ਸੋਈ ਲੋਭ ਮੀਠਾ ਸਾਧ। ਰਸਨਾ ਸੁੱਤੀ ਹੋਈ ਹੈ, ਜ਼ੁਬਾਨ ਸੁੱਤੀ ਹੈ ਸਵਾਦਾਂ ਦੇ ਵਿੱਚ। ਕਿਸੇ ਨੂੰ ਖਾਣ ਦਾ ਸਵਾਦ ਪਿਆ ਹੈ, ਕਿਸੇ ਨੂੰ ਦੂਜਿਆਂ ਦੀ ਨਿੰਦਿਆ ਕਰਨ ਦਾ ਸਵਾਦ ਪਿਆ ਹੈ, ਕਿਸੇ ਨੂੰ ਚੁਗਲੀ ਕਰਨ ਦਾ ਸਵਾਦ ਪਿਆ ਹੈ, ਕਿਸੇ ਨੂੰ ਆਪਣੇ ਹੰਕਾਰ ਦਾ ਪ੍ਰਗਟਾਵਾ ਕਰਨ ਦਾ ਸੁਭਾਅ ਪਿਆ ਹੈ, ਕਿਸੇ ਨੂੰ ਦਬਕੇ ਮਾਰਨ ਦਾ ਸੁਭਾਅ ਪਿਆ ਹੈ। ਸੁਭਾਅ ਹੀ ਹੈ, ਜਿਹਨੂੰ ਜਿੱਦਾਂ ਦਾ ਰਸ ਆ ਰਿਹਾ ਨਾ ਹਰੇਕ ਚੀਜ਼ ਦੇ ਵਿੱਚੋਂ, ਜਿਸ ਚੀਜ਼ ਦੇ ਵਿੱਚੋਂ ਵੀ ਸਵਾਦ ਆ ਰਿਹਾ, ਮਾਲਕ ਕਹਿੰਦੇ ਫਿਰ ਸੁੱਤੇ ਹੋਏ ਨੇ। ਇਹ ਜ਼ੁਬਾਨ ਸੁੱਤੀ ਹੈ, ਰਸਨਾ ਸੋਈ ਲੋਭ ਮਿੱਠਾ ਸਾਧ। ਲੋਭ ਦੇ ਵਿੱਚ, ਲਾਲਚਾਂ ਦੇ ਵਿੱਚ ਸੁੱਤੀ ਹੈ। ਮਨ ਸੋਇਆ ਮਾਇਆ ਬਿਸਮਾਦ। ਮਨ ਵੀ ਸੁੱਤਾ ਹੋਇਆ ਹੈ ਉਹ ਮਾਇਆ ਦੇ ਬਿਸਮਾਦ ਦੇ ਵਿੱਚ, ਮਾਇਆ ਦੇ ਰੰਗਾਂ ਦੇ ਵਿੱਚ। ਕਈ ਵਾਰ ਸਾਨੂੰ ਇਦਾਂ ਲੱਗਦਾ ਵੀ ਅਸੀਂ ਬੜੇ ਸਿਆਣੇ ਹਾਂ, ਸਾਨੂੰ ਲੱਗਦਾ ਵੀ ਅਸੀਂ ਠੀਕ ਹਾਂ। ਔਰ ਉਦੋਂ ਤੱਕ ਲੱਗਦਾ ਹੈ ਜਦੋਂ ਤੱਕ ਅਸੀਂ ਇਹ ਮੰਨ ਲੈਂਦੇ ਹਾਂ। ਜਦੋਂ ਅਸੀਂ ਇਹ ਮੰਨ ਲੈਂਦੇ ਵੀ ਮੈਂ ਠੀਕ ਹਾਂ, ਮੈਂ ਗਲਤ ਨਹੀਂ ਹੋ ਸਕਦਾ, ਉਦੋਂ ਅਸਲ ਦੇ ਵਿੱਚ ਅਸੀਂ ਮਾਇਆ ਦੇ ਸਵਾਦ ਦੇ ਵਿੱਚ ਹਾਂ। ਜਦੋਂ ਅਸੀਂ ਦਾਅਵਾ ਕਰਨ ਲੱਗ ਜਾਂਦੇ ਮੈਂ ਠੀਕ ਹਾਂ, ਜਿਹੜੀ ਗੱਲ ਮੈਂ ਕਹਿ ਰਿਹਾ ਇਹ ਸੱਚ ਹੈ, ਇਹਦੇ ਤੋਂ ਉੱਪਰਲਾ ਸੱਚ ਹੀ ਕੁਝ ਨਹੀਂ ਹੈ। ਮਾਲਕ ਕਹਿੰਦੇ ਇਹੀ ਤੇ ਮਾਇਆ ਦਾ ਸਵਾਦ ਹੈ ਨਾ, ਇਹੀ ਤੇ ਮਾਇਆ ਦਾ ਰੰਗ ਹੈ, ਜਿਹਦੇ ਵਿੱਚੋਂ ਨਿਕਲਣਾ ਬੜਾ ਔਖਾ ਹੈ। ਸਤਿਗੁਰੂ ਇਸੇ ਸ਼ਬਦ ਦੇ ਅੰਤ ਦੇ ਵਿੱਚ ਬਖਸ਼ਿਸ਼ ਕਰਦੇ, ਮਾਲਕ ਕਹਿੰਦੇ ਮਨ ਸੁੱਤਾ ਤੇ ਹੈ, ਮਨ ਸੋਇਆ ਮਾਇਆ ਬਿਸਮਾਦ। ਕੋ ਵਿਰਲਾ ਇਸ ਗ੍ਰਹਿ ਮੈਂ ਜਾਗਤ ਹੈ, ਸਾਬਤ ਵਸਤ ਉਹ ਆਪਣੀ ਲਹਿ। ਕੋਈ ਵਿਰਲਾ ਹੈ ਜਿਹੜਾ ਇਸ ਘਰ ਦੇ ਵਿੱਚ, ਹਿਰਦੇ ਘਰ ਦੇ ਵਿੱਚ ਜਾਗਦਾ ਹੈ, ਤੇ ਜਿਹੜਾ ਜਾਗਦਾ ਹੈ ਉਹੀ ਸਾਬਤ ਵਸਤ ਜਿਹੜੀ ਹੈ ਉਹ ਲੈ ਸਕਦਾ ਹੈ, ਦੂਜੇ ਦੇ ਵਸ ਦੀ ਨਹੀਂ ਹੈ। ਕਿ ਕੋਈ ਐਵੇਂ ਆ ਕੇ ਕਹਿ ਦੇ ਵੀ ਮੈਂ ਜਾਗ ਗਿਆ ਜੀ, ਮੇਰਾ ਮਨ ਬੜਾ ਜਾਗਿਆ, ਮੇਰੀ ਸੁਰਤ ਗੁਰੂ ਦੇ ਨਾਲ ਜੁੜੀ ਹੈ, ਹਰੇਕ ਦੇ ਵਸ ਦੀ ਨਹੀਂ ਹੈ। ਜਿਹੜਾ ਗੁਰੂ ਦੇ ਕੋਲ ਆਵੇਗਾ, ਗੁਰੂ ਦੇ ਨਾਲ ਜੁੜੇਗਾ, ਗੁਰੂ ਦੇ ਕੋਲ ਆਉਣ ਦਾ ਭਾਵ ਇਹ ਨਹੀਂ ਵੀ ਸਰੀਰ ਆ ਗਿਆ, ਗੁਰੂ ਦੇ ਕੋਲ ਆਉਣ ਦਾ ਭਾਵ ਹੈ ਮਨ ਆ ਗਿਆ। ਜਿਸ ਦਿਨ ਮਨ ਆ ਗਿਆ ਗੁਰੂ ਦੇ ਕੋਲ, ਜਿਸ ਦਿਨ ਮਨ ਗੁਰੂ ਦੇ ਕੋਲ ਰੱਖ ਦਿੱਤਾ, ਮਨ ਵਿੱਚ ਸਤਿਗੁਰ ਕੈ ਪਾਸ ਤੇ ਸੇਵਕ ਕੈ ਕਾਰਜ ਰਾਸ। ਜਿਹਨੇ ਮਨ ਗੁਰੂ ਚਰਨਾਂ ਦੇ ਅੰਦਰ ਵੇਚ ਦਿੱਤਾ,
ਤੇ ਵੇਚਿਆ ਹੋਇਆ ਜਿਹੜਾ ਹੈ ਨਾ, ਫਿਰ ਉਹ ਆਪਣੀ ਮਰਜ਼ੀ ਨਹੀਂ ਕਰਦਾ, ਫਿਰ ਉਹ ਆਪਣੀਆਂ ਸਿਆਣਪਾਂ ਨਹੀਂ ਕਰਦਾ। ਗੁਲਾਮ ਦੀ ਇਹ ਨਿਸ਼ਾਨੀ ਹੈ। ਪਹਿਲਾਂ ਵੇਚਿਆ ਜਾਂਦੇ ਸੀ ਨਾ ਮਨੁੱਖ, ਤੇ ਜਿਹਨੂੰ ਵੇਚਿਆ ਹੈ ਫਿਰ ਉਹ ਗੁਲਾਮ ਉਹਦੀ ਮਰਜ਼ੀ ਦੇ ਨਾਲ ਕੰਮ ਕਰਦਾ ਹੈ, ਫਿਰ ਉਹ ਗੁਲਾਮ ਦੀ ਆਪਣੀ ਮਰਜ਼ੀ ਨਹੀਂ ਹੈ। ਉਹ ਆਪਣੀ ਮਰਜ਼ੀ ਦੇ ਨਾਲ ਖਾ ਨਹੀਂ ਸਕਦਾ, ਆਪਣੀ ਮਰਜ਼ੀ ਦੇ ਨਾਲ ਪੀ ਨਹੀਂ ਸਕਦਾ, ਆਪਣੀ ਮਰਜ਼ੀ ਦੇ ਨਾਲ ਸੌ ਨਹੀਂ ਸਕਦਾ। ਅਸੀਂ ਕਹਿੰਦੇ ਨਾ ਫਿਰ ਕੀ ਹੈ ਜੀ, ਮੇਰੀ ਆਪਣੀ ਪਰਸਨਲ ਲਾਈਫ ਹੈ, ਮੈਂ ਜੋ ਮਰਜ਼ੀ ਕਰਾਂ। ਗੁਰੂ ਸਾਹਿਬ ਕੀ ਕਹਿੰਦੇ ਨੇ ਉਹ ਵੱਖਰੀ ਗੱਲ ਹੈ, ਮਰਿਆਦਾ ਕੀ ਕਹਿੰਦੀ ਉਹ ਵੱਖਰੀ ਗੱਲ। ਮੇਰੀ ਆਪਣੀ ਪਰਸਨਲ ਲਾਈਫ ਹੈ, ਮੈਂ ਜੋ ਮਰਜ਼ੀ ਕਰ ਸਕਦਾ। ਮਾਲਕ ਕਹਿੰਦੇ ਨਹੀਂ, ਇੱਥੇ ਪਰਸਨਲ ਨਹੀਂ ਕੁਝ ਵੀ, ਇੱਥੇ ਤੇ ਜੋ ਹੈ ਉਹ ਗੁਰੂ ਦਾ ਹੈ। ਜਿਸ ਦਿਨ ਸਿੱਖ ਕਹਾਉਣਾ ਹੈ, ਤੇ ਸਿੱਖ ਕਹਾਉਣ ਦਾ ਭਾਵ ਹੀ ਹੈ ਮੁਰਦਾ ਹੋਏ ਮੁਰੀਦ, ਨਾ ਗੱਲੀ ਹੋਵਣਾ ਸਾਫ ਸਿਦਕ ਸ਼ਹੀਦ ਭਰਮ ਭਾਉ ਹੋਵਣਾ। ਜਿਸ ਦਿਨ ਆਪਣੇ ਅੰਦਰੋਂ ਭਰਮ ਛੱਡ ਕੇ ਆਏਗਾ, ਜਿਸ ਦਿਨ ਇਹ ਕਹਿਣਾ ਛੱਡ ਕੇ ਆਏਗਾ ਵੀ ਅਜੇ ਕਿਸੇ ਹੋਰ ਦਾ ਵੀ ਆਸਰਾ ਹੈ, ਜਿਸ ਦਿਨ ਇੱਕੋ ਹੀ ਆਸਰਾ ਲੈ ਕੇ ਆਏਗਾ, ਭਰਮ ਨਿਕਲ ਜਾਵੇਗਾ ਨਾ। ਜਿਸ ਦਿਨ ਭਰਮ ਨਿਕਲ ਗਿਆ, ਉਸੇ ਦਿਨ ਗੁਰੂ ਦੇ ਉੱਤੇ ਆਸਰਾ, ਗੁਰੂ ਦੇ ਉੱਤੇ ਟਿਕਾ ਇੰਨਾ ਕੁ ਬਣ ਜਾਏਗਾ, ਫਿਰ ਹੁਣ ਕਿਸੇ ਹੋਰ ਦੀ ਲੋੜ ਨਹੀਂ, ਕਿਸੇ ਦੀ ਪਰਵਾਹ ਨਹੀਂ, ਕਿਸੇ ਦੇ ਬਾਰੇ ਜਾਣਨ ਦੀ ਲੋੜ ਨਹੀਂ, ਕਿਸੇ ਦੇ ਬਾਰੇ ਸੁਣਨ ਦੀ ਲੋੜ ਨਹੀਂ ਵੀ ਕਿਸੇ ਦਾ ਜੀਵਨ ਕਿਵੇਂ ਦਾ ਹੈ, ਫਲਾਣਾ ਕੀ ਕਰਦਾ ਹੈ, ਢੀਗੜਾ ਕੀ ਕਰਦਾ, ਇਹ ਕਰਨ ਦੀ ਲੋੜ ਹੀ ਨਹੀਂ ਪਏਗੀ। ਜਿਸ ਦਿਨ ਸੱਚ ਦੇ ਨਾਲ ਜੁੜਨ ਲੱਗ ਪਏ, ਜਿਸ ਦਿਨ ਸੱਚ ਦੇ ਨਾਲ ਜੁੜ ਕੇ, ਗੁਰੂ ਦੇ ਨਾਲ ਜੁੜ ਕੇ, ਇੱਥੇ ਤੇ ਗੁਰੂ ਦੇ ਕੋਲ ਆਉਣ ਵਾਸਤੇ ਸਾਰਿਆਂ ਤੋਂ ਪਹਿਲੋਂ ਤੇ ਜ਼ਰੂਰੀ ਇਹੀ ਹੈ ਨਾ, ਜੋ ਪਹਿਲੋਂ ਹੈ ਉਹਨੂੰ ਖਤਮ ਕਰਕੇ ਆ, ਇਹ ਤੇ ਜ਼ਰੂਰੀ ਹੈ। ਭਾਈ ਤੀਰਥਾ ਗਿਆ ਨਾ ਸਤਿਗੁਰੂ ਦੇ ਕੋਲ, ਮਾਲਕ ਨੂੰ ਜਾ ਕੇ ਕਿਹਾ, ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ, ਮੈਂ ਸੁਣਿਆ ਹੈ ਤੁਹਾਡੇ ਸਿੱਖ ਬੜੇ ਖੁਸ਼ ਰਹਿੰਦੇ ਨੇ, ਤੁਹਾਡੇ ਸਿੱਖ ਕਦੇ ਦੁਖੀ ਨਹੀਂ ਹੁੰਦੇ, ਬੜਾ ਟਿਕਾਅ ਹੈ, ਬੜਾ ਆਨੰਦ ਹੈ ਜੀਵਨ ਦੇ ਅੰਦਰ। ਮੇਰੇ ਕੋਲ ਬਹੁਤ ਕੁਝ ਹੈ, ਇਲਾਕੇ ਦਾ ਚੌਧਰੀ ਆ, ਕਿਸੇ ਪਦਾਰਥ ਦੀ ਕੋਈ ਕਮੀ ਨਹੀਂ ਹੈ, ਧਨ ਬਹੁਤ ਹੈ, ਹੁਕਮ ਚੱਲਦਾ ਹੈ, ਪਰ ਸੁਖੀ ਨਹੀਂ ਆ, ਸੁਖ ਨਹੀਂ, ਉਹ ਆਨੰਦ ਨਹੀਂ ਜਿਹੜਾ ਖੇੜਾ ਇਹਨਾਂ ਦੇ ਚਿਹਰਿਆਂ ਦੇ ਉੱਤੇ ਹੈ, ਮੇਰੇ ਨਹੀਂ ਹੈਗਾ। ਮੇਰੇ ਕੋਲੋਂ ਇਹਨਾਂ ਦਾ ਆਨੰਦ ਨਹੀਂ ਮਿਲਦਾ, ਮੈਨੂੰ ਲੱਭਦਾ ਹੀ ਨਹੀਂ ਕਿਤੋਂ ਆਨੰਦ। ਸਤਿਗੁਰੂ ਕਹਿੰਦੇ ਮਿਲ ਜਾਏਗਾ। ਪਹਿਲੋਂ ਜੋ ਚੱਕੀ ਕਰਦਾ ਇਹਨੂੰ ਲਾ ਕੇ ਆ, ਪਹਿਲੋਂ ਜਿਹੜੀ ਅੰਦਰ ਬਣਾਈ ਹੈ ਨਾ ਸਮਾਧ। ਹੁਣ ਸਤਿਗੁਰੂ ਦਾ ਭਾਵ ਇਹ ਨਹੀਂ ਸੀ ਵੀ ਕਿਸੇ ਦੇ ਧਰਮ ਨੂੰ ਠੋਕਰ ਮਾਰਨੀ ਜਾਂ ਕਿਸੇ ਨੂੰ ਇਦਾਂ ਕਹਿਣਾ। ਅਸਲ ਦੇ ਵਿੱਚ ਜਦੋਂ ਤੱਕ ਭਰਮ ਹੈ ਨਾ, ਜਦੋਂ ਗੁਰੂ ਵਾਲੇ ਪਾਸੇ ਆਉਣਾ, ਜਦੋਂ ਗੁਰੂ ਦੇ ਕੋਲ ਆਉਣਾ ਹੈ, ਉਦੋਂ ਪਹਿਲਾਂ ਛੱਡ ਕੇ ਆਉਣਾ ਪਏਗਾ। ਕਬੀਰ ਸਾਧੂ ਕਾ ਮਿਲਣਾ ਜਾਈਏ, ਸਾਥ ਨਾ ਲੀਜਾ ਕੋਈ। ਹੁਣ ਨਾ ਤੇ ਆਪਣੇ ਵਿਕਾਰ ਨਾਲ ਲੈ ਕੇ ਆਵੀਂ, ਗੁਰੂ ਦੇ ਕੋਲ ਆਇਆ ਤੇ ਨਾ ਆਪਣੇ ਭਰਮ ਲੈ ਕੇ ਆਵੀਂ, ਨਾ ਪਖੰਡ ਲੈ ਕੇ ਆਵੀਂ, ਤੇ ਨਾ ਫਿਰ ਆਪਣੇ ਕਿਸੇ ਪੀਰ ਨੂੰ ਲੈ ਕੇ ਆਵੀਂ ਵੀ ਮੇਰਾ ਪੀਰ ਗੁਰੂ ਦੇ ਬਰਾਬਰ ਹੀ ਆ, ਮੈਂ ਗੁਰੂ ਨੂੰ ਹੀ ਮੰਨੀ ਜਾਵਾਂ, ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਮੱਥਾ ਵੀ ਟੇਕ ਲਵਾਂ ਤੇ ਕਿਸੇ ਪੀਰ ਬਾਬੇ ਦੇ ਵੀ ਟੇਕ ਲਵਾਂ। ਇੱਥੇ ਤੇ ਇੱਕੋ ਪਾਸੇ ਹੋਣਾ ਪਏਗਾ, ਜਾਂ ਇੱਧਰ ਨੂੰ ਆ ਜਾ ਜਾਂ ਫਿਰ ਉੱਧਰ ਤੁਰਿਆ, ਮਰਜ਼ੀ ਤੇਰੀ ਆ। ਰਸਤਾ ਤੂੰ ਚੁਣਨਾ ਹੈ, ਇੱਥੇ ਤੇ ਇੱਕੋ ਹੀ ਪਾਸਾ ਹੈ, ਵਸਤੂ ਅੰਦਰ ਵਸਤ ਸਮਾਵੈ, ਜੇ ਦੂਜੀ ਹੋਵੇ ਪਾਸ। ਜੇ ਦੂਜੀ ਪਾਸ ਕਰਕੇ ਆਏਗਾ, ਦੂਜੀ ਨੂੰ ਛੱਡ ਕੇ ਆਏਗਾ, ਤਾਂ ਇਹ ਸੱਚ ਦੇ ਅੰਦਰ ਸਮਾ ਸਕਦਾ ਹੈ। ਗੁਰਮੁਖ ਅਪਾਰ ਪਰੋ ਭਰਮ ਪਾਉ ਖੋਇਆ। ਤੇ ਗੁਰੂ ਦੇ ਰਾਹੀਂ, ਗੁਰੂ ਦੀ ਸਿੱਖਿਆ ਦੇ ਰਾਹੀਂ ਜਿਹੜਾ ਮਨ ਕਦੇ ਭਰਿਆ ਹੀ ਨਹੀਂ ਜਾ ਸਕਦਾ, ਅਪਾਰ, ਜਿਹਨੂੰ ਕਦੇ ਭਰ ਹੀ ਨਹੀਂ ਸਕਦੇ, ਹਮੇਸ਼ਾ ਹੀ ਭੁੱਖਿਆ ਰਹਿੰਦਾ ਹੈ, ਕਦੇ ਰੱਜਦਾ ਹੀ ਨਹੀਂ। ਇਹ ਰੱਜ ਜਾਂਦਾ ਹੈ ਜਿਸ ਦਿਨ ਗੁਰੂ ਦੀ ਮੱਤ ਲੈ ਲਵਾਂ, ਜਿਸ ਦਿਨ ਗੁਰੂ ਦੇ ਕੋਲ ਆ ਕੇ ਕਵਾਂਗੇ ਸਤਿਗੁਰੂ ਟਿਕਾ ਬਖਸ਼ ਦੇ, ਸਹਿਜ ਬਖਸ਼ ਦੇ। ਕਿਉਂਕਿ ਤ੍ਰਿਸ਼ਨਾ ਦਾ ਮਨ ਇੰਨਾ ਕੁ ਹੈ ਵੀ ਇਹਦੇ ਅੰਦਰ ਤ੍ਰਿਸ਼ਨਾ, ਸਤਿਗੁਰੂ ਕਹਿੰਦੇ ਮੁੱਕਦੀ ਨਹੀਂ। ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ, ਕੋਈ ਵਿਰਲਾ ਹੈ ਜਿਹੜੇ ਵਿਰਲੇ ਦੀ ਇਹ ਤ੍ਰਿਸ਼ਨਾ ਮੁੱਕਦੀ ਹੈ। ਨਹੀਂ ਤੇ ਸੰਸਾਰ ਦੇ ਅੰਦਰ ਮਾਲਕ ਕਹਿੰਦੇ ਕਿੰਨਾ ਕੁ ਧਨ ਕਮਾਉਣ ਵਾਲਿਆਂ ਦੀ ਗੱਲ ਕਰਦਾ ਹੈ, ਬੜੇ ਨੇ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰ ਹੀ ਸੁਣਜੀ ਹੈ, ਹੋਰ ਦੀ ਲਾਲਸਾ, ਆ ਵੀ ਮਿਲ ਜਾਵੇ, ਆ ਵੀ ਮਿਲ ਜਾਵੇ। ਮਾਲਕ ਕਹਿੰਦੇ ਇਹ ਮਨ ਰੱਜਦਾ ਨਹੀਂ, ਤੇ ਰਜੇਗਾ ਕਿਵੇਂ? ਬਿਨ ਸੰਤੋਖ ਨਹੀਂ ਕੋ ਰਾਜੇ। ਕੋਈ ਰੱਜਦਾ ਹੀ ਨਹੀਂ ਇੱਥੇ, ਬਿਨਾ ਸੰਤੋਖ ਤੋਂ, ਬਿਨਾ ਤ੍ਰਿਪਤੀ ਤੋਂ, ਬਿਨਾ ਗੁਰੂ ਦੀ ਮੱਤ ਤੋਂ ਇਹ ਮਨ ਰੱਜ ਨਹੀਂ ਸਕਦਾ। ਜਿੰਨਾ ਮਰਜ਼ੀ ਇਹਦੇ ਅੰਦਰ ਭਰਦੇ ਰਹੀਏ, ਇਹ ਮਨ ਕਦੇ ਨਹੀਂ ਰੱਜਦਾ। ਇਹ ਰੱਜਦਾ ਹੈ ਜਿਸ ਦਿਨ ਗੁਰੂ ਦੇ ਕੋਲੋਂ ਆ ਕੇ ਸੰਤੋਖ ਦੀ ਮੰਗ ਕਰਾਂਗੇ, ਟਿਕਾ ਦੀ ਮੰਗ ਕਰਾਂਗੇ, ਸਬਰ ਦੀ ਮੰਗ ਕਰਾਂਗੇ, ਉਸੇ ਦਿਨ ਰੱਜਦਾ। ਗੁਰੂ ਦੇ ਕੋਲੋਂ ਆ ਕੇ ਜਿੱਥੇ ਪਦਾਰਥ ਮੰਗਦੇ ਆ,
ਜਿੱਥੇ ਗੁਰੂ ਦੇ ਕੋਲੋਂ ਆ ਕੇ ਕਹਿੰਦੇ ਵੀ ਸਤਿਗੁਰੂ ਗੱਡੀ ਦੇ ਦੇ, ਕਾਰ ਦੇ ਦੇ, ਚੰਗੀ ਨੌਕਰੀ ਦੇ ਦੇ, ਤਨਖਾਹ ਵੱਧ ਜਾਵੇ, ਪ੍ਰਮੋਸ਼ਨ ਹੋ ਜਾਵੇ, ਜਿੱਥੇ ਇੰਨਾ ਕੁਝ ਮੰਗਦੇ ਆ ਨਾਲ ਸਹਿਜ ਜ਼ਰੂਰ ਮੰਗਿਆ ਕਰੀ। ਇਹ ਮਾੜਾ ਨਹੀਂ ਹੈ ਵੀ ਗੱਡੀ ਵੱਡੀ ਲੈ ਕੇ ਆਉਣੀ ਆ, ਇਹ ਕੋਈ ਮਾੜਾ ਕੰਮ ਥੋੜੀ ਨਾ ਹੈ। ਪ੍ਰਮੋਸ਼ਨ ਹੋ ਜਾਵੇ ਕੋਈ ਮਾੜਾ ਕੰਮ ਥੋੜੀ ਨਾ। ਇਹਦਾ ਇਹ ਮਤਲਬ ਨਹੀਂ ਆ ਕਿ ਪ੍ਰਮੋਸ਼ਨ ਨਾ ਹੋਵੇ ਵੀ ਜਿੱਥੇ ਹੈਗੇ ਆ ਇੱਥੇ ਟਿਕੇ ਰਹੀਏ, ਨਹੀਂ, ਇਹਦਾ ਇਹ ਵੀ ਭਾਵ ਨਹੀਂ ਆ। ਇੱਥੇ ਭਾਵ ਇਹ ਹੈ ਕਿ ਸਿਰਫ ਟਿਕਾ ਹੋਵੇ, ਸਹਿਜ ਹੋਵੇ, ਯੋਗਤਾ ਹੈ ਉਸ ਢੰਗ ਦੇ ਨਾਲ। ਇਹ ਨਹੀਂ ਵੀ ਯੋਗਤਾ ਵੀ ਹੈ ਨਹੀਂ ਆ ਫਿਰ ਵੀ ਚਾਹੀਦਾ ਹੈ, ਭਾਵੇਂ ਉਹਦੇ ਵਾਸਤੇ ਕਿਸੇ ਨੂੰ ਮਾਰਨਾ ਪਵੇ, ਕਿਸੇ ਦੇ ਨਾਲ ਠੱਗੀ ਕਰਨੀ ਪਵੇ, ਕਿਸੇ ਦੇ ਨਾਲ ਧੋਖਾ ਕਰਨਾ ਪਵੇ, ਇਹ ਨਹੀਂ। ਟਿਕਾ ਦੇ ਨਾਲ ਸਾਰਾ ਹੀ ਕੰਮ ਠੀਕ ਹੈ। ਗੱਡੀ ਲੈ ਕੇ ਆਉਣੀ ਕੋਈ ਮਾੜਾ ਥੋੜਾ, ਵੱਡੀ ਗੱਡੀ ਹੋਣੀ ਚਾਹੀਦੀ ਹੈ। ਸਤਿਗੁਰੂ ਤੇ ਕਹਿੰਦੇ ਇੱਥੇ ਤੇ ਗੁਰੂ ਕੇ ਸਿੱਖਾਂ ਦੇ ਕੋਲ ਘੋੜੇ ਜਿਹੜੇ ਨੇ ਅਰਬੀ ਇਰਾਨੀ ਘੋੜੇ ਨੇ, ਜਿਹੜੇ ਸਾਰਿਆਂ ਤੋਂ ਸ੍ਰੇਸ਼ਟ ਨੇ, ਸਾਰਿਆਂ ਤੋਂ ਉੱਚੇ ਹੁੰਦੇ ਨੇ, ਉਹ ਘੋੜੇ ਸਨ। ਕੋਈ ਮਨਾਹੀ ਨਹੀਂ ਹੈ ਕਿ ਵੱਡੀ ਗੱਡੀ ਨਹੀਂ ਹੋਣੀ ਚਾਹੀਦੀ, ਹੈ ਸਮਰੱਥਾ ਤੇ ਲਿਆਓ, ਘਰ ਵੱਡੇ ਹੋਣੇ ਚਾਹੀਦੇ, ਕੋਈ ਮਨਾਹੀ ਨਹੀਂ ਹੈ। ਇੱਥੇ ਰਾਜੇ ਸ਼ਿਵਨਾਮ ਵਰਗੇ ਵੀ ਗੁਰੂ ਦੇ ਸਿੱਖ ਨੇ, ਮਨਾਹੀ ਨਹੀਂ ਕਿਸੇ ਚੀਜ਼ ਦੀ। ਮਨਾਹੀ ਹੈ ਬਸ ਲਾਲਚ ਦੀ, ਤ੍ਰਿਸ਼ਨਾ ਦੀ, ਦੂਜਿਆਂ ਦੇ ਹੱਕ ਦੀ। ਦੂਜਿਆਂ ਦਾ ਹੱਕ ਨਹੀਂ ਖਾਣਾ। ਸਤਿਗੁਰੂ ਸਮੱਤ ਬਖਸ਼ਣ, ਸਾਡੇ ਹਿਰਦੇ ਦੇ ਅੰਦਰ ਟਿਕਾ ਸਹਿਜ ਦੀ ਦਾਤ ਬਖਸ਼ ਦੇਣ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਬੁਲਾਓ ਜੀ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।